ਸਾਲ 1854 ਇੱਕ ਬੱਚਾ ਜਿਸ ਨੂੰ ਪੰਜਾਬ ਤੋਂ ਇੰਗਲੈਂਡ ਲੈ ਕੇ ਜਾਇਆ ਗਿਆ, ਉਸ ਨੂੰ ਭੇਜਿਆ ਲਾਰਡ ਡਲਹੌਜੀ ਨੇ, ਜੋ ਕਿ ਜਨਰਲ ਗਵਰਨਰ ਸੀ ਬ੍ਰਿਟਿਸ਼ ਰੂਲ ਦਾ। ਲਾਰਡ ਡਲਹੌਜੀ ਦਾ ਕਹਿਣਾ ਸੀ ਕਿ ਉਸ ਨੂੰ ਆਪਣੀ ਮਾਂ ਤੋਂ ਖਤਰਾ ਹੈ। ਉਸ ਬੱਚੇ ਦਾ ਨਾਮ ਸੀ ਦਲੀਪ ਸਿੰਘ, ਜਿਸ ਨੂੰ ਅਸੀਂ ਮਹਾਰਾਜਾ ਦਲੀਪ ਸਿੰਘ ਵੀ ਕਹਿੰਦੇ ਹਾਂ। ਉਹ ਸਨ ਸਿੱਖ ਰਾਜ ਦੇ ਲਾਸਟ ਮਹਾਰਾਜਾ। ਉਹਨਾਂ ਦੀ ਮਦਰ ਦਾ ਨਾਮ ਸੀ ਮਹਾਰਾਣੀ ਜਿੰਦ ਕੌਰ। ਇੰਗਲੈਂਡ ਜਾ ਕੇ ਇਸ ਬੱਚੇ ਨੂੰ ਕ੍ਰਿਸਚਨ ਧਰਮ ਵਿੱਚ ਕਨਵਰਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਦੋਸਤੀ ਕੁਈਨ ਵਿਕਟੋਰੀਆ ਦੇ ਬੇਟੇ ਐਡਵਰਡ 7 ਦੇ ਨਾਲ ਹੋਈ ਅਤੇ ਬ੍ਰਿਟਿਸ਼ ਕਰਾਊਨ ਨੇ ਉਸ ਦੇ ਪਾਲਣ ਪੋਸ਼ਣ ਦੀ ਸਾਰੀ ਰਿਸਪੋਂਸੀਬਿਲਿਟੀ ਆਪਣੇ ਉੱਪਰ ਲੈ ਲਈ। ਇਸੇ ਕਾਰਨ ਹੀ ਉਸ ਨੂੰ ਹਰ ਸਾਲ 50,000 ਪਾਉਂਡ ਸਟਾਈਫਨ ਵਜੋਂ ਦਿੱਤੇ ਜਾਂਦੇ, ਜੋ ਕਿ ਅੱਜ ਦੇ 65 ਕਰੋੜ ਰੁਪਏ ਬਣਦੇ ਹਨ। ਉਸ ਨੂੰ ਇੰਗਲੈਂਡ ਭੇਜਣ ਤੋਂ 4 ਸਾਲ ਪਹਿਲਾਂ ਬ੍ਰਿਟਿਸ਼ ਨੇ ਸਿੱਖਾਂ ਨੂੰ ਹਰਾਇਆ, ਜਿਸ ਦੇ ਵਜੋਂ ਲਾਰਡ ਡਲਹੌਜੀ ਨੇ ਦਲੀਪ ਸਿੰਘ ਨੂੰ ਇੱਕ ਹੀਰਾ ਸਰੈਂਡਰ ਕਰਨ ਲਈ ਕਿਹਾ ਕੁਈਨ ਵਿਕਟੋਰੀਆ ਦੇ ਅੱਗੇ। ਉਹ ਨਹੀਂ ਚਾਹੁੰਦੇ ਕੋਈ ਵੀ ਸਿੱਖ ਰਾਜ ਦੁਬਾਰਾ ਅੱਗੇ ਖੜ੍ਹਾ ਹੋਏ, ਇਸ ਲਈ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਜੇਲ੍ਹ ਵਿੱਚ ਪਾਤਾ ਅਤੇ ਦਲੀਪ ਸਿੰਘ ਨੂੰ ਆਪਣੇ ਨਾਲ ਲੈ ਗਏ ਇੰਗਲੈਂਡ। ਉਹ ਜਿਹੜਾ ਹੀਰਾ ਸੀ, ਜਿਹੜਾ ਸਰੈਂਡਰ ਕੀਤਾ ਗਿਆ ਸੀ, ਉਸ ਦਾ ਨਾਮ ਸੀ ਕੋਹੇ ਨੂਰ, ਜਿਸ ਦੇ ਨਾਲ ਬਹੁਤ ਸਾਰੀਆਂ ਥਿਊਰੀਜ਼, ਸਟੋਰੀਜ਼, ਮਿਥਸ ਜੁੜੀਆਂ ਹੋਈਆਂ ਹਨ। ਜੋ ਵੀ ਇਸ ਦਾ ਮਾਲਿਕ, ਉਹ ਸਾਰੀ ਦੁਨੀਆ ਦਾ ਮਾਲਿਕ। ਜਿਸ ਦੇ ਹੱਥ ਵੀ ਇਹ ਹੀਰਾ ਲੱਗਾ, ਉਸ ਦੀ ਲਾਈਫ ਵਾਇਲੈਂਸ, ਖੂਨ ਖਰਾਬੇ ਵਾਲੀ ਰਹੀ। ਇਹ ਦੁਨੀਆ ਦਾ ਸਭ ਤੋਂ ਇਨਫੇਮਸ ਡਾਇਮੰਡ ਮੰਨਿਆ ਗਿਆ ਹੈ। ਅੱਜ ਉਸ ਹੀਰੇ ਦੇ ਓਰੀਜਨ ਦੀ ਗੱਲ ਕਰਦੇ ਹਾਂ। ਅੱਜ ਜੇ ਅਸੀਂ ਇਹ ਹੀਰਾ ਦੇਖਣਾ ਹੋਵੇ ਤਾਂ ਟਾਵਰ ਆਫ ਲੰਡਨ ਬ੍ਰਿਟਨ ਵਿੱਚ ਦੇਖਿਆ ਜਾ ਸਕਦਾ ਹੈ। ਉੱਥੋਂ ਇਸ ਨੂੰ ਵਾਪਸ ਲਿਆਉਣ ਲਈ ਬਹੁਤ ਜ਼ੋਰ ਲਗਾਇਆ ਗਿਆ, ਕੋਸ਼ਿਸ਼ ਵੀ ਬਹੁਤ ਕੀਤੀ ਗਈ, ਬਟ ਕੋਈ ਫਲ ਮਿਲਿਆ ਨਹੀਂ। ਇਸ ਦੇ ਓਰੀਜਨ ਬਾਰੇ ਥਿਊਰੀਸ ਹੈ। ਇਸ ਦੀ ਐਗਜ਼ੈਕਟ ਜਗ੍ਹਾ 'ਤੇ ਕੋਈ ਅਜੇ ਤੱਕ ਮਿਲੀ ਨਹੀਂ, ਬਟ ਈਸਟ ਇੰਡੀਆ ਕੰਪਨੀ ਵਿੱਚ ਕੰਮ ਕਰਦੇ ਇੱਕ ਸਰਵੈਂਟ ਥੀਓਮੈਟ ਕੈਫੇ ਨੇ ਆਪਣੀ ਰਿਪੋਰਟ ਅਨੁਸਾਰ ਦੱਸਿਆ ਕਿ ਇਹ ਡਾਇਮੰਡ ਲਾਰਡ ਸ਼੍ਰੀ ਕ੍ਰਿਸ਼ਨਾ ਦੇ ਟਾਈਮ ਤੋਂ ਅਵੇਲੇਬਲ ਹੈ। ਬਟ ਹਿਸਟੋਰੀਅਨ ਇਹ ਕਹਿੰਦੇ ਹਨ ਕਿ ਇਹ ਕੋਲਰ ਮਾਈਨ 'ਚੋਂ ਮਿਲਿਆ, ਜੋ ਕਿ ਗੋਲਕੋਂਡਾ ਰੀਜਨ ਆਂਧਰਾ ਪ੍ਰਦੇਸ਼ ਵਿੱਚ ਹੈ। ਇਸ ਦੇ ਵਿੱਚ ਤੁਸੀਂ ਕਨਫਿਊਜ਼ ਨਾ ਹੋ ਜਾਇਓ, KGF ਵਾਲੀ ਕੋਲਰ ਮਾਈਨ ਨਹੀਂ, ਉਹ ਡਿਫਰੈਂਟ ਹੈ। ਗੋਲਕੋਂਡਾ ਜਿਹੜਾ ਬਹੁਤ ਮਸ਼ਹੂਰ ਏਰੀਆ ਰਿਹਾ ਹੈ, ਜਿੱਥੇ ਕ੍ਰਿਸ਼ਨਾ ਨਦੀ ਦੇ ਕਿਨਾਰੇ ਬਹੁਤ ਸਾਰਾ ਡਾਇਮੰਡ ਪਾਇਆ ਜਾਂਦਾ ਸੀ। 18ਵੀਂ ਸਦੀ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਡਾਇਮੰਡ ਪ੍ਰੋਡਿਊਸ ਕਰਨ ਵਾਲੀ ਜਗ੍ਹਾ ਮੰਨੀ ਜਾਂਦੀ ਸੀ। ਉਸ ਤੋਂ ਪਹਿਲਾਂ 1725 ਵਿੱਚ ਬ੍ਰਾਜ਼ੀਲ ਵਿੱਚ ਡਾਇਮੰਡ ਮਾਈਨਸ ਨੂੰ ਡਿਸਕਵਰ ਕੀਤਾ ਗਿਆ ਸੀ। ਮੋਸਟ ਆਫ ਦਾ ਟਾਈਮ ਜਿਹੜੇ ਜੈਮਸ ਹੁੰਦੇ ਆ, ਇਹ ਸੁੱਖੀ ਨਦੀਆਂ ਦੇ ਕੋਲ ਪਾਏ ਜਾਂਦੇ ਆ। ਹਿਸਟੋਰੀਅਨਸ ਕਹਿੰਦੇ ਸਨ ਕਿ ਇਸ ਦਾ ਸਭ ਤੋਂ ਪਹਿਲਾਂ ਪਤਾ ਲੱਗਾ 11 ਤੋਂ 13ਵੀਂ ਸਦੀ ਦੇ ਵਿੱਚ, ਬਟ ਇਸ ਦਾ ਜੋ ਰਿਟਨ ਪ੍ਰੂਫ ਸੀ ਉਹ ਸਭ ਤੋਂ ਪਹਿਲਾਂ ਮਿਲਿਆ 1526 ਵਿੱਚ, ਜਦੋਂ ਮੁਗਲ ਬਾਦਸ਼ਾਹ ਜ਼ਹਿਰੂਦੀਨ ਬਾਬਰ ਇੰਡੀਆ ਆਇਆ। ਉਸ ਨੇ ਆਪਣੇ ਬਾਬਰਨਾਮੇ ਵਿੱਚ ਇਸ ਦੇ ਬਾਰੇ ਲਿਖਿਆ, ਜਿਸ ਵਿੱਚ ਉਹ ਕਹਿੰਦਾ ਹੈ ਕਿ ਇੱਕ ਹੀਰਾ ਜਿਸ ਦੀ ਕੀਮਤ ਅੱਧੀ ਦੁਨੀਆ ਦੇ ਧਨ ਦੇ ਬਰਾਬਰ ਹੈ। ਅੱਗੇ ਮੈਂਸ਼ਨ ਹੋਇਆ ਜਦੋਂ ਸ਼ਾਹਜਹਾਨ 1628 ਵਿੱਚ ਫੇਮਸ ਪੀਕੌਕ ਥਰੋਨ ਬਣਾ ਰਿਹਾ ਸੀ। ਇਸ ਥਰੋਨ ਨੂੰ ਬਣਾਉਣ ਲਈ 7 ਸਾਲ ਲੱਗੇ ਅਤੇ ਇਸ ਦੀ ਕੋਸਟ ਤਾਜ ਮਹਿਲ ਤੋਂ 4 ਗੁਣਾ ਜ਼ਿਆਦਾ ਸੀ। ਇਸ ਨੂੰ ਬਣਾਉਣ ਲਈ ਮਹਿੰਗੇ ਸਟੋਨ ਅਤੇ ਜੈਮਸ ਯੂਜ਼ ਕੀਤੇ ਜਾਂਦੇ ਸਨ। ਉਹਨਾਂ ਵਿੱਚੋਂ ਇੱਕ ਕੀਮਤੀ ਡਾਇਮੰਡ ਸੀ ਕੋਹੇ ਨੂਰ ਅਤੇ ਰੈੱਡ ਟਿਮੂਰ ਰੂਬੀ। ਮੁਗਲ ਰੈੱਡ ਟਿਮੂਰ ਰੂਬੀ ਨੂੰ ਕੁਛ ਖਾਸ ਜ਼ਿਆਦਾ ਮੰਨਦੇ ਸੀ, ਕਿਉਂਕਿ ਉਹ ਬਰਾਈਟ ਕਲਰ ਜ਼ਿਆਦਾ ਪਸੰਦ ਕਰਦੇ ਸੀ, ਪਰ ਹਿੰਦੂ ਅਤੇ ਸਿੱਖ ਬਾਦਸ਼ਾਹ ਕੋਹੇ ਨੂਰ ਨੂੰ ਹੀ ਖਾਸ ਮੰਨਦੇ ਸੀ। ਉਸ ਟਾਈਮ ਦਿੱਲੀ ਇੱਕ ਮੇਨ ਸਿਟੀ ਸੀ, ਜੋ ਕਿ ਇੱਕ ਵੈਲਥੀ ਸਿਟੀ ਮੰਨੀ ਜਾਂਦੀ ਸੀ। ਦਿੱਲੀ ਦੀ ਆਬਾਦੀ ਆਲਮੋਸਟ 2 ਮਿਲੀਅਨ ਸੀ ਉਸ ਟਾਈਮ, ਜੋ ਕਿ ਲੰਡਨ ਅਤੇ ਪੈਰਿਸ ਨੂੰ ਕੰਬਾਈਨ ਕਰਕੇ ਵੀ ਜ਼ਿਆਦਾ ਸੀ। ਉੱਧਰ ਮੁਗਲ ਰਾਜ ਥੋੜ੍ਹਾ ਵੀਕ ਵੀ ਹੋ ਰਿਹਾ ਸੀ। ਇਸ ਨੂੰ ਦੇਖ ਕੇ ਪਰਸ਼ੀਆ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਉਸ 'ਤੇ ਅਟੈਕ ਕੀਤਾ ਅਤੇ ਮੁਹੰਮਦ ਸ਼ਾਹ ਨੂੰ ਹਰਾ ਦਿੱਤਾ। ਮੁਹੰਮਦ ਸ਼ਾਹ ਜੋ ਗ੍ਰੇਟ ਗ੍ਰੈਂਡਸਨ ਸੀ ਔਰੰਗਜ਼ੇਬ ਦਾ ਅਤੇ 15th ਮੁਗਲ ਬਾਦਸ਼ਾਹ ਸੀ। ਉੱਧਰ ਨਾਦਰ ਸ਼ਾਹ ਖਜ਼ਾਨਾ ਲੁੱਟ ਕੇ ਵਾਪਸ ਚੱਲਿਆ ਤਾਂ ਉਸ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਕੀਮਤੀ ਹੀਰਾ ਜੋ ਕਿ ਮੁਹੰਮਦ ਸ਼ਾਹ ਆਪਣੀ ਪਗੜੀ ਦੇ ਵਿੱਚ ਰੱਖਦਾ ਹੈ। ਜਦੋਂ ਖਜ਼ਾਨਾ ਵਾਪਸ ਲਿਆ ਰਿਹਾ ਸੀ ਤਾਂ ਉਸ ਨੇ ਪਗੜੀ ਐਕਸਚੇਂਜ ਕਰਨ ਦੀ ਰਸਮ ਅਪਣਾਈ। ਪਗੜੀ ਐਕਸਚੇਂਜ ਕਰਦਿਆਂ ਜਦੋਂ
ਮੁਹੰਮਦ ਸ਼ਾਹ ਨੇ ਆਪਣੀ ਪਗੜੀ ਲਾਈ ਤਾਂ ਵਿੱਚੋਂ ਇੱਕ ਚਮਕਦੀ ਹੋਈ ਚੀਜ਼ ਧਰਤੀ 'ਤੇ ਗਿਰੀ ਤਾਂ ਨਾਦਰ ਸ਼ਾਹ ਕਹਿੰਦਾ ਕੋਹੇ ਨੂਰ, ਜਿਸ ਦਾ ਮਤਲਬ ਮਾਊਂਟੇਨ ਆਫ ਲਾਈਟ। ਉਸ ਤੋਂ ਇਸ ਦਾ ਨਾਮ ਪਿਆ ਕੋਹੇ ਨੂਰ। ਨਾਦਰ ਸ਼ਾਹ ਨੇ ਇੰਨੀ ਜ਼ਿਆਦਾ ਲੁੱਟ ਕੀਤੀ ਕਿ ਉਸ ਨੂੰ 700 ਹਾਥੀ, 4000 ਊਠ, 12000 ਘੋੜੇ ਲੈ ਕੇ ਨਾਲ ਜਾਣਾ ਪਿਆ ਇਸ ਸਮਾਨ ਨੂੰ। ਫਿਰ ਕਰੀਬ 70 ਸਾਲ ਤੱਕ ਇਹ ਡਾਇਮੰਡ ਅਫਗਾਨਿਸਤਾਨ 'ਚ ਰਿਹਾ। ਫਿਰ ਸ਼ੁਰੂ ਹੁੰਦੀ ਹੈ ਇਸ ਦੀ ਸਟੋਰੀ ਐਂਡ ਥਿਊਰੀਜ਼ ਜੁੜੀਆਂ ਹੋਈਆਂ ਵੀ ਇਹ ਅਨਲੱਕੀ ਹੈ ਕਿਉਂਕਿ 1747 ਵਿੱਚ ਨਾਦਰ ਸ਼ਾਹ ਨੂੰ ਅਚਾਨਕ ਉਸ ਦਾ ਗਾਰਡ ਹੀ ਮਾਰ ਦਿੰਦਾ ਹੈ। ਫਿਰ ਐਂਟਰੀ ਹੁੰਦੀ ਹੈ ਅਹਿਮਦ ਸ਼ਾਹ ਦੁਰਾਨੀ, ਜਿਸ ਨੂੰ ਅਸੀਂ ਅਹਿਮਦ ਖਾਨ ਅਬਦਾਲੀ ਵੀ ਕਹਿੰਦੇ ਹਾਂ। ਉਹ ਨਵਾਂ ਅਫਗਾਨ ਅੰਪਾਇਰ ਅਤੇ ਕੋਹੇ ਨੂਰ ਦਾ ਓਨਰ ਬਣਦਾ ਹੈ। ਉਸ ਤੋਂ ਬਾਅਦ ਉਸ ਦਾ ਬੇਟਾ ਤੈਮੂਰ ਅਤੇ ਉਸ ਦੀ 3rd ਜਨਰੇਸ਼ਨ ਵਿੱਚ ਉਸ ਦੇ 3 ਗ੍ਰੈਂਡਸਨ ਆ ਜਾਂਦੇ ਹਨ। ਉਹਨਾਂ ਤਿੰਨਾਂ ਦੇ ਵਿੱਚ ਆਪਸੀ ਅਣਬਣ ਸ਼ੁਰੂ ਹੋ ਜਾਂਦੀ ਹੈ। ਅਹਿਮਦ ਸ਼ਾਹ ਦਾ ਚੌਥੇ ਨੰਬਰ ਵਾਲਾ ਰੂਲਰ ਜੋ ਉਸ ਦਾ ਗ੍ਰੈਂਡਸਨ ਹੀ ਜ਼ਮਾਨ ਸ਼ਾਹ, ਉਸ ਨੂੰ ਅੱਖਾਂ ਦੇ ਵਿੱਚ ਨੀਡਲ ਪਾ ਕੇ ਅੰਨਾ ਕਰ ਦਿੱਤਾ ਗਿਆ। ਦੂਜੇ ਪਾਸੇ ਸੁੱਜਾ ਸ਼ਾਹ ਦੁਰਾਨੀ, ਉਸ ਦੀ ਬੀਵੀ ਬੇਗਮ ਵਾਫਾ ਇਹ ਕਹਿੰਦੀ ਸੀ ਕਿ 4 ਦਿਸ਼ਾਵਾਂ ਵਿੱਚ ਪੱਥਰ ਸੁੱਟੇ ਜਾਣ, ਸਾਊਥ, ਨਾਰਥ, ਈਸਟ, ਵੈਸਟ ਅਤੇ ਉੱਪਰ। ਉਸ ਦੇ ਵਿੱਚ ਜਿੰਨੀ ਵੀ ਜਗ੍ਹਾ ਬਚੇ ਉਸ ਦੇ ਵਿੱਚ ਸੋਨਾ ਭਰ ਦਿੱਤਾ ਜਾਵੇ ਤਾਂ ਉਸ ਦੀ ਕੀਮਤ ਵੀ ਕੋਹੇ ਨੂਰ ਦੇ ਬਰਾਬਰ ਨਹੀਂ ਹੈ। ਉਹ ਇੰਨੀ ਅਹਿਮੀਅਤ ਦਿੰਦੇ ਸੀ ਇਸ ਕੋਹੇ ਨੂਰ ਨੂੰ। ਫਿਰ 1809 ਵਿੱਚ ਜਦੋਂ ਸੁੱਜਾ ਸ਼ਾਹ ਦੁਰਾਨੀ ਡੀਥਰੋਨ ਕੀਤਾ ਜਾਂਦਾ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਪਹੁੰਚਦਾ ਹੈ। ਉੱਥੇ ਆ ਕੇ ਉਹ ਆਪਣਾ ਸਰੈਂਡਰ ਕਰ ਦਿੰਦਾ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਲੱਗਦਾ ਹੈ ਤਾਂ ਉਹ ਉਸ ਕੋਲੋਂ ਕੋਹੇ ਨੂਰ ਦੀ ਮੰਗ ਕਰਦੇ ਹਨ ਅਤੇ ਉਸ ਤੋਂ ਬਾਅਦ ਉਹ ਜਿੰਨੇ ਵੀ ਦੁਰਾਨੀ ਅੰਪਾਇਰ ਦੇ ਜਗ੍ਹਾ ਵਿੱਚ ਕਬਜ਼ਾ ਕੀਤਾ ਹੋਇਆ ਸੀ ਸਾਰਾ ਵਾਪਸ ਲੈ ਕੇ ਉਸ ਨੂੰ ਦਿੰਦੇ ਹਨ। ਮਹਾਰਾਜਾ ਰਣਜੀਤ ਸਿੰਘ ਫਾਊਂਡਰ ਹੀ ਸਿੱਖ ਅੰਪਾਇਰ ਦੇ। ਇਸੇ ਤਰੀਕੇ ਨਾਲ ਕੋਹੇ ਨੂਰ ਹੀਰਾ ਪਹੁੰਚ ਗਿਆ ਸਿੱਖ ਰਾਜ ਦੇ ਕੋਲ 1813 ਦੇ ਵਿੱਚ। ਮਹਾਰਾਜਾ ਰਣਜੀਤ ਸਿੰਘ ਕੋਹੇ ਨੂਰ ਨੂੰ ਆਪਣੇ ਬਾਈਸੈਪਸ ਦੇ ਨਾਲ ਬੰਨ੍ਹ ਕੇ ਰੱਖਦੇ ਸਨ। ਫਿਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ 1839 ਵਿੱਚ ਹੋਇਆ ਤਾਂ ਈਸਟ ਇੰਡੀਆ ਕੰਪਨੀ ਨੇ ਉਹਨਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਕ ਕੀਮਤੀ ਹੀਰਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬ੍ਰਿਟਿਸ਼ ਰਾਜ ਕੋਲ ਆ ਜਾਵੇ। ਫਿਰ ਸੇਮ ਉਹੀ ਸਟੋਰੀ ਚੱਲੀ। ਉਹਨਾਂ ਨੇ ਸਿੱਖ ਰਾਜ ਨੂੰ ਖ਼ਤਮ ਕਰਕੇ ਮਹਾਰਾਣੀ ਜਿੰਦ ਕੌਰ ਨੂੰ ਜੇਲ੍ਹ ਵਿੱਚ ਪਾਤਾ ਅਤੇ ਦਲੀਪ ਸਿੰਘ ਕੋਲੋਂ ਹੀਰਾ ਲੈ ਕੇ ਉਹ ਮਹਾਰਾਣੀ ਵਿਕਟੋਰੀਆ ਨੂੰ ਦੇ ਦਿੱਤਾ। ਉਸ ਟਾਈਮ ਦੇ ਅਖਬਾਰ ਵਿੱਚ ਇਸ ਹੀਰੇ ਬਾਰੇ ਲਿਖਿਆ ਜਾਂਦਾ ਸੀ ਦਾ ਮੋਸਟ ਕੋਸਟਲੀ ਜੈਮਸ ਇਨ ਦਾ ਵਰਲਡ। ਇਸ ਕਰਕੇ ਬ੍ਰਿਟਿਸ਼ ਇਸ ਹੀਰੇ ਨੂੰ ਕਦੇ ਵੀ ਕਿਸੇ ਹਾਲਤ ਵਿੱਚ ਵੀ ਨਹੀਂ ਸੀ ਛੱਡਣਾ ਚਾਹੁੰਦੇ। ਪੰਜਾਬ ਇੱਕ ਲਾਸਟ ਸਟੇਟ ਬਚੀ ਸੀ ਜਿਸ ਦੇ ਉੱਤੇ ਰਾਜ ਨਹੀਂ ਸੀ ਕੀਤਾ ਗਿਆ। ਉਸ ਤੋਂ ਬਾਅਦ ਬ੍ਰਿਟਿਸ਼ ਨਹੀਂ ਸੀ ਚਾਹੁੰਦੇ ਵੀ ਕੋਈ ਵੀ ਬ੍ਰਿਟਿਸ਼ ਦੇ ਖਿਲਾਫ ਖੜਾ ਹੋਵੇ। ਇਸੇ ਕਾਰਨ ਉਹਨਾਂ ਨੇ ਦਲੀਪ ਸਿੰਘ ਨੂੰ ਲੰਡਨ ਲੈ ਗਏ। ਜੁਲਾਈ 1854 ਵਿੱਚ ਦਲੀਪ ਸਿੰਘ ਦੀ ਪੇਂਟਿੰਗ ਬਣ ਰਹੀ ਹੁੰਦੀ ਆ ਤਾਂ ਕੁਈਨ ਵਿਕਟੋਰੀਆ ਉਸ ਨੂੰ ਕੋਹੇ ਨੂਰ ਡਾਇਮੰਡ ਵੇਖਣ ਲਈ ਪ੍ਰਸਤਾਵ ਦਿੰਦੀ ਹੈ। ਉਸ ਟਾਈਮ ਮਹਾਰਾਜਾ ਦਲੀਪ ਸਿੰਘ ਇਸ ਨੂੰ ਹੱਥ ਵਿੱਚ ਫੜਦਾ ਹੈ ਤਾਂ ਉਹ ਇਹ ਬੋਲਦਾ ਹੈ, ਇਟ ਇਜ਼ ਟੂ ਮੀ ਮੈਮ ਦਾ ਗ੍ਰੇਟੈਸਟ ਪਲੇਜ਼ਰ to have the opportunity as a loyal subject of a myself tendering to my sovereign the Kohinoor। ਦਲੀਪ ਸਿੰਘ ਆਪਣੀ ਜ਼ਿੰਦਗੀ ਦੇ ਲਾਸਟ ਕੁਝ ਸਾਲ ਇੰਗਲੈਂਡ ਦੇ ਵਿਰੁੱਧ ਹੋ ਜਾਂਦੇ ਆ। ਉਹ ਇੰਡੀਆ ਵਾਪਸ ਆਉਣ ਦੀ ਵੀ ਟਰਾਈ ਕਰਦੇ ਆ। ਉਸ ਤੋਂ ਬਾਅਦ ਵੀ ਉਹ ਸਕਸੈਸਫੁਲ ਨਹੀਂ ਹੁੰਦੇ। ਫਿਰ ਉਹ ਜਰਮਨ ਕੋਲੋਂ ਮਦਦ ਮੰਗਦੇ ਆ, ਫਿਰ ਵੀ ਕੋਈ ਹੱਲ ਨਹੀਂ ਹੁੰਦਾ। ਫਿਰ ਵੀ ਉਹ ਅਨਸਕਸੈਸਫੁਲ ਰਹਿੰਦੇ ਆ। ਕਿਹਾ ਜਾਂਦਾ ਕਿ ਬਹੁਤ ਹੀ ਦਰਦਨਾਕ ਮੌਤ ਹੁੰਦੀ ਹੈ ਲਾਸਟ ਟਾਈਮ ਵਿੱਚ ਉਹਨਾਂ ਦੀ ਪੈਰਿਸ ਦੇ ਵਿੱਚ, ਦਲੀਪ ਸਿੰਘ ਦੀ ਅਤੇ ਉਸ ਦੀ ਵਾਈਫ ਅਤੇ ਸਨ ਦੀ। ਉਹ ਬਹੁਤ ਹੀ ਗਰੀਬੀ ਦੇ ਵਿੱਚ ਚਲੇ ਗਏ ਸੀ। ਦੂਜੀ ਸਾਈਡ ਕੋਹੇ ਨੂਰ ਇੱਕ ਬਹੁਤ ਹੀ ਕੀਮਤੀ ਜੈਮਸ ਬਣ ਗਿਆ ਸੀ ਮਹਾਰਾਣੀ ਵਿਕਟੋਰੀਆ ਵਾਸਤੇ। ਉਹ ਉਸ ਨੂੰ ਉੱਥੇ ਐਗਜ਼ੀਬਿਊਸ਼ਨ ਵਿੱਚ ਵੀ ਲਗਾਉਂਦੇ ਆ। ਗ੍ਰੇਟ ਐਗਜ਼ੀਬਿਊਸ਼ਨ ਹੁੰਦੀ ਹੈ ਇੰਗਲੈਂਡ ਦੇ ਵਿੱਚ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਦੇਖਣ ਆਉਂਦੇ ਆ। ਬਟ ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਇਹ ਉਹ ਕੋਹੇ ਨੂਰ ਹੈ ਜਿਸ ਦੇ ਪਿੱਛੇ ਲੋਕ ਇੰਨਾ ਖੂਨ ਖਰਾਬਾ ਕਰਦੇ ਆ, ਇੰਨੀਆਂ ਫਾਈਟਸ ਹੋ ਰਹੀਆਂ ਹਨ। ਇਸ ਤੋਂ ਬਾਅਦ 1800
1952 ਦੇ ਵਿੱਚ ਦੁਬਾਰਾ ਤੋਂ ਰੀਕਟਿੰਗ ਤੇ ਰੀਫਿਨਿਸ਼ਿੰਗ ਦੇਣ ਦੀ ਕੋਸ਼ਿਸ਼ ਕਰਦਾ, ਜਿਸ ਤੋਂ ਬਾਅਦ ਇਸ ਦਾ weight 186 ਕੈਰਟ ਤੋਂ ਘਟ ਕੇ 105.6 ਕੈਰਟ ਰਹਿ ਜਾਂਦਾ ਹੈ। ਰੀਕਟਿੰਗ ਤੇ ਰੀਪੋਲਿਸ਼ਿੰਗ ਕੀਤੀ ਜਾਂਦੀ ਹੈ 1851 'ਚ। ਇਹ ਪੋਲਿਸ਼ਿੰਗ ਕਰਵਾਈ ਜਾਂਦੀ ਹੈ ਕੁਈਨ ਵਿਕਟੋਰੀਆ ਦੇ ਹਸਬੈਂਡ ਕਿੰਗ ਅਲਬਰਟ ਦੇ ਦੁਆਰਾ, ਜੋ ਕਿ ਇਸ ਨੂੰ ਇੱਕ ਪ੍ਰੋਪਰ ਚਮਕ ਦੇਣੀ ਚਾਹੁੰਦੇ ਸਨ ਤਾਂ ਜੋ ਲੋਕ ਇਸ ਨੂੰ ਦੇਖ ਕੇ ਜ਼ਿਆਦਾ ਆਕਰਸ਼ਿਤ ਹੋਣ। ਸ਼ੁਰੂ ਦੇ ਵਿੱਚ ਵੀ ਦੱਸਿਆ ਗਿਆ ਕਿ ਇਸ ਦੇ ਨਾਲ ਮੇਨ ਮਿੱਥ ਬਣੀ ਹੁੰਦੀ ਸੀ, ਜਾਂ ਤਾਂ ਇਸ ਨੂੰ ਕੋਈ ਗੋਡ ਪਾਵਰ ਜਾਂ ਕੋਈ ਲੇਡੀ ਇਸ ਨੂੰ ਇੰਪਿਊਰਿਟੀ ਨਾਲ ਜਾਂ ਇਨਕੌਨਸੀਕੁਐਂਸ ਤੋਂ ਬਚ ਕੇ ਯੂਜ਼ ਕਰ ਸਕਦੇ ਆ। ਇਸ ਲਈ ਕੁਈਨਸ ਨੇ ਇਹ ਮੇਨ ਬਣਾ ਦਿੱਤਾ ਕਿ ਜੋ ਵੀ ਆਪਣੇ ਬ੍ਰਿਟਿਸ਼ ਦੇ ਵਿੱਚ ਰੂਲ ਕਰੇਗਾ ਉਸ ਕਿੰਗ ਦੀ ਵਾਈਫ ਇਸ ਡਾਇਮੰਡ ਨੂੰ ਆਪਣੇ ਕਰਾਊਨ ਦੇ ਵਿੱਚ ਪਾਏਗੀ। ਕੋਹਿਨੂਰ ਹਮੇਸ਼ਾ ਪਾਸ ਔਨ ਕੀਤਾ ਜਾਂਦਾ ਸੀ ਕੁਈਨਸ ਨੂੰ, ਜਿੰਨੀਆਂ ਵੀ ਕੁਈਨਸ ਅੱਗੇ ਹੋਈਆਂ। ਸਭ ਤੋਂ ਪਹਿਲਾਂ ਇਹ ਕੁਈਨ ਅਲੈਗਜ਼ੈਂਡਰਾ ਦੇ ਕਰਾਊਨ ਵਿੱਚ ਆਇਆ, ਫਿਰ ਕੁਈਨ ਮੈਰੀ ਦੇ ਕਰਾਊਨ ਵਿੱਚ, ਫਿਰ 1937 ਵਿੱਚ ਕੁਈਨ ਐਲਿਜ਼ਾਬੈਥ II ਦੀ ਮਦਰ ਨੇ ਇਹ ਕਰਾਊਨ ਪਾਇਆ ਸੀ ਅਤੇ ਉਹਨਾਂ ਦੀ ਡੈਥ ਹੋਈ ਫਿਰ 2002 ਦੇ ਵਿੱਚ, ਜਦੋਂ ਲਾਸਟ ਟਾਈਮ ਇਸ ਨੂੰ ਪਬਲਿਕਲੀ ਇਸ ਕਰਾਊਨ ਨੂੰ ਦੇਖਿਆ ਗਿਆ। ਅੱਜ ਇਹ ਕਰਾਊਨ ਅਤੇ ਕੋਹਿਨੂਰ ਦੋਵੇਂ ਮਿਲਣਗੇ ਤੁਹਾਨੂੰ ਟਾਵਰ ਆਫ ਲੰਡਨ ਦੇ ਵਿੱਚ। ਇਸ ਨੂੰ ਵਾਪਸ ਲਿਆਉਣ ਦੇ ਲਈ ਸ਼ਸ਼ੀ ਥਰੂਰ ਨੇ ਵੀ 2015 ਦੇ ਵਿੱਚ ਗੱਲ ਕੀਤੀ ਸੀ ਬ੍ਰਿਟਿਸ਼ ਕੌਂਸਲ ਦੇ ਕੋਲ। ਉਸ ਤੋਂ 1 ਸਾਲ ਬਾਅਦ 2016 ਦੇ ਵਿੱਚ ਇਸ ਦੀ ਪਟੀਸ਼ਨ ਪਾਈ ਗਈ ਸੀ। ਅਤੇ ਜੇ ਮੇਨ ਗੱਲ ਕਹੀ ਜਾਵੇ ਤਾਂ ਜਦੋਂ ਇਹ ਡਾਇਮੰਡ ਇੰਡੀਆ ਤੋਂ ਲੈ ਕੇ ਗਏ ਸੀ ਤਾਂ ਉਦੋਂ ਇੰਡੀਆ ਨਹੀਂ ਸੀ, ਉਦੋਂ ਉਹ ਬ੍ਰਿਟਿਸ਼ ਰੂਲ ਦੇ ਅੰਡਰ ਸੀ। ਉਸ ਦੇ ਨਾਲ ਪਾਕਿਸਤਾਨ ਵੀ ਸੀ, ਬੰਗਲਾਦੇਸ਼ ਵੀ ਸੀ। ਤਾਂ ਜੇ ਗੱਲ ਕੀਤੀ ਜਾਵੇ ਤਾਂ ਇਸ ਨੂੰ ਅਫਗਾਨਿਸਤਾਨ ਵਾਲੇ ਉਹ ਵੀ ਆਪਣਾ ਮੰਨ ਸਕਦੇ ਆ। ਇਸ ਕਰਕੇ ਇਸ ਦਾ ਪ੍ਰੋਪਰ ਕੋਈ ਅਜੇ ਰਿਜ਼ਲਟ ਨਹੀਂ ਨਿਕਲਿਆ ਅਤੇ ਇਹ ਇੰਗਲੈਂਡ ਦੇ ਵਿੱਚ ਹੀ ਆ। ਥੈਂਕ ਯੂ।